ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਜੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਪਰਮੇਸ਼ਰ ਨੇ ਸਾਨੂੰ ਜਿਉਂਦੇ ਰੱਖਿਆ, ਸਾਡੇ ਸਾਹਾਂ ਨੂੰ ਚੱਲਦੇ ਰੱਖਿਆ। ਪੂਰਾ ਹਫ਼ਤਾ ਉਸਨੇ ਸਾਨੂੰ ਸੰਭਾਲ ਲਿਆ। ਹਾਲੇਲੂਇਆ। ਆਓ ਅਸੀਂ ਉਸ ਜਿੰਦਾ ਪਰਮੇਸ਼ਰ ਦੀ ਤਾਰੀਫ ਕਰਦੇ ਹਾਂ ਜਿਸ ਨੇ ਸਾਨੂੰ ਬੀਤ ਚੁੱਕੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ। ਆਓ ਤੇ ਅੱਜ ਦੇ ਵਚਨ ਦੇ ਲਈ ਵੀ ਅਸੀਂ ਦੁਆ ਕਰਾਂਗੇ। ਜੋ ਪਰਮੇਸ਼ਰ ਦਾ ਵਚਨ ਅਸੀਂ ਸਿੱਖ ਰਹੇ ਹਾਂ ਲਗਾਤਾਰ, ਤੇ ਅੱਗੇ ਅਸੀਂ ਉਸ ਵਚਨ ਨੂੰ ਵੀ ਸਿੱਖਾਂਗੇ। ਆਓ ਸਭ ਤੋਂ ਪਹਿਲਾਂ ਪ੍ਰਾਰਥਨਾ ਕਰਾਂਗੇ, ਉਸ ਜਿੰਦਾ ਪਰਮੇਸ਼ਰ ਦੇ ਹਜ਼ੂਰ ਚੱਲਦੇ ਹਾਂ। ਹਾਲੇਲੂਇਆ। ਥੈਂਕ ਯੂ ਜੀਸਸ। ਮਹਾਨ ਅਨੁਗ੍ਰਹਿਕਾਰੀ ਸਾਮਰਥੀ ਪਿਤਾ ਪਰਮੇਸ਼ਰ, ਪਿਤਾ ਤੇਰੇ ਪੁੱਤਰ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਸਵਰਗੀ ਪਿਤਾ ਤੇਰੇ ਪਾਸ ਤੋਂ ਆਏ ਹਾਂ। ਮੇਰੇ ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ ਪਿਤਾ ਪਰਮੇਸ਼ਰ, ਅੱਜ ਦੇ ਸੁੰਦਰ ਸਮੇਂ ਦੇ ਲਈ ਪਿਤਾ ਪਰਮੇਸ਼ਰ। ਤੁਸੀਂ ਸਾਨੂੰ ਸੰਭਾਲਿਆ ਮੇਰੇ ਪਿਤਾ ਪਰਮੇਸ਼ਰ। ਖੁਦਾਵੰਦ ਖੁਦਾ, ਅੱਜ ਦਾ ਜੋ ਤੇਰਾ ਵਚਨ ਹੈ ਮੇਰੇ ਪਿਤਾ ਪਰਮੇਸ਼ਰ, ਉਹ ਤੇਰੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਨੂੰ ਲੈ ਕੇ ਆਏ ਮੇਰੇ ਪਿਤਾ ਪਰਮੇਸ਼ਰ, ਵੱਡੇ ਫਲ ਨੂੰ ਲੈ ਕੇ ਆਏ ਮੇਰੇ ਪਿਤਾ ਪਰਮੇਸ਼ਰ, ਇੱਕ ਪਰਿਵਰਤਨ ਨੂੰ ਲੈ ਕੇ ਆਏ ਮੇਰੇ ਪਿਤਾ ਪਰਮੇਸ਼ਰ। ਪਵਿੱਤਰ ਆਤਮਾ ਜੀ ਤੁਸੀਂ ਕਾਰਿਆ ਕਰਨਾ ਮੇਰੇ ਪਿਤਾ ਪਰਮੇਸ਼ਰ। ਹੋ ਰਾਜਾ ਬਾਬਾ ਬਾਹਿੰਦਾ ਬਸ਼ਕਨਮਾ। ਪਵਿੱਤਰ ਆਤਮਾ ਜੀ ਸੁਣਨ ਵਾਲੇ ਪਿਤਾ ਪਰਮੇਸ਼ਰ ਇਸ ਵਚਨ ਦੇ ਦੁਆਰਾ ਆਸ਼ੀਸ਼ ਹੋਣ ਪਿਤਾ ਪਰਮੇਸ਼ਰ, ਕਿ ਅੱਜ ਤੇਰੇ ਵਚਨ ਦੇ ਗੁੱਝੇ ਭੇਤ ਨੂੰ ਉਹ ਸਮਝ ਸਕਣ ਮੇਰੇ ਪਿਤਾ ਪਰਮੇਸ਼ਰ। ਤੇ ਖੁਦਾਵੰਦ ਖੁਦਾ, ਸਾਨੂੰ ਸਮਝ ਦੇਣਾ ਤੇ ਬੁੱਧੀ ਦੇਣਾ। ਜਿੰਨੇ ਵੀ ਇਸ ਵਚਨ ਨੂੰ ਸੁਣਨ ਸਭ ਆਸ਼ੀਸ਼ ਪਾਣ ਮੇਰੇ ਖੁਦਾਵੰਦ ਖੁਦਾ। ਇਹ ਪ੍ਰਾਰਥਨਾ ਪ੍ਰਭੂ ਯਿਸੂ ਦੇ ਨਾਮ 'ਚ ਮੰਗਦੇ ਹਾਂ। ਆਮੀਨ ਆਮੀਨ। ਹਾਲੇਲੂਇਆ। ਤੇ ਜੋ ਬੀਤ ਚੁੱਕੇ ਅਸੀਂ ਸਮੇਂ ਦੇ ਵਿੱਚ ਲਗਾਤਾਰ ਪਵਿੱਤਰ ਆਤਮਾ ਦੇ ਬਾਰੇ ਅਸੀਂ ਸਿੱਖ ਰਹੇ ਹਾਂ। ਪਵਿੱਤਰ ਆਤਮਾ ਕਿਉਂ ਆਇਆ, ਤੇ ਅਸੀਂ ਇਸਦੇ 5 ਪਾਠ ਦੇ ਚੁੱਕੇ ਹਾਂ, ਤੇ ਅੱਜ ਅਸੀਂ ਅਗਲਾ ਪਾਠ ਦੇਖਣਾ ਆ। ਤੇ ਪਵਿੱਤਰ ਆਤਮਾ ਦੇ ਬਹੁਤ ਸਾਰੇ ਕੰਮ ਆ। ਪਵਿੱਤਰ ਆਤਮਾ ਕਰਨ ਦੇ ਲਈ ਆਇਆ। ਅਸੀਂ ਜਦੋਂ ਬਾਈਬਲ ਖੋਲ੍ਹਦੇ ਹਾਂ ਤਾਂ ਅਸੀਂ ਕੱਢਾਂਗੇ ਉਤਪਤੀ ਕਿਤਾਬ, ਉਸ ਦਾ ਪਹਿਲਾ ਅਧਿਆਇ, ਉਸਦੀ 27 ਆਇਤ ਦੇ ਵਿੱਚ ਜਦੋਂ ਪਰਮੇਸ਼ਰ ਨੇ ਇਨਸਾਨ ਨੂੰ ਬਣਾਉਣ ਦੇ ਬਾਰੇ ਸੋਚਿਆ। ਹਾਲੇਲੂਇਆ। ਜਦੋਂ ਸੋਚਿਆ ਤਾਂ ਪਰਮੇਸ਼ਰ ਨੇ ਉੱਤੇ ਵੀ ਪਵਿੱਤਰ ਆਤਮਾ ਦਾ ਇੱਕ ਵੱਡਾ ਰੋਲ ਹੈ, ਪਵਿੱਤਰ ਆਤਮਾ ਦਾ ਵੱਡਾ ਕੰਮ ਹੈ। ਤੇ ਅੱਜ ਉਸ ਪਵਿੱਤਰ ਆਤਮਾ ਦੇ ਕੰਮ ਨੂੰ ਅਸੀਂ ਦੇਖਾਂਗੇ। ਹਾਲੇਲੂਇਆ। ਉਤਪਤੀ ਕਿਤਾਬ, ਉਸ ਦਾ ਪਹਿਲਾ ਅਧਿਆਇ, ਉਹਦੇ 27 ਆਇਤ ਦੇ ਵਿੱਚ 26 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, फिर परमेश्वर ने कहा हम मनुष्य को अपने स्वरूप के अनुसार अपनी समानता में बनाए। हालेलुया। इत्थे की पढ़ रहे हैं, परमेश्वर ने की कहा, हम मनुष्य को। सब तो पहला इत्थे शब्द हम आया। परमेश्वर अपने आप को की कह रहा, हम कह रहा। परमेश्वर जिहड़ा हम शब्द है ਉਹ ਇੱਕ ਤੋਂ ਜ਼ਿਆਦਾ ਪਰਸਨ ਲਈ ਯੂਜ਼ ਕੀਤਾ ਜਾਂਦਾ ਆ। ਜਿੱਥੇ 2-4 ਜਾਣੇ ਇਕੱਠੇ ਹੋਣ, ਇੱਕ ਤੋਂ ਵੱਧ, 2 ਵੀ ਹੋ ਸਕਦੇ, 3 ਵੀ ਹੋ ਸਕਦੇ, 4 ਵੀ ਹੋ ਸਕਦੇ, 5 ਵੀ ਹੋ ਸਕਦੇ, ਐਨੀਥਿੰਗ, ਜਿੰਨੇ ਮਰਜ਼ੀ ਹੋ ਸਕਦੇ ਆ। ਪਰਮੇਸ਼ਰ ਨੇ ਇੱਥੇ ਕੀ ਕਿਹਾ, ਫਿਰ ਪਰਮੇਸ਼ਰ ਨੇ ਕਹਾ, ਕੀ ਕਿਹਾ, ਹਮ। ਪਰਮੇਸ਼ਰ ਆਪਣੇ ਆਪ ਨੂੰ ਕੀ ਕਹਿ ਰਿਹਾ, ਹਮ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ। ਪਰਮੇਸ਼ਰ ਇੱਥੇ, ਪਰਮੇਸ਼ਰ ਨੇ ਹਮ ਕਿਉਂ ਕਿਹਾ, ਅਸੀਂ ਅੱਜ ਉਸ ਨੂੰ ਸਿੱਖਣਾ ਆ, ਉਸ ਵਚਨ ਨੂੰ ਅੱਜ ਦੇਖਣਾ ਆ ਕਿ ਪਰਮੇਸ਼ਰ ਆਪਣੇ ਆਪ ਨੂੰ ਮੈਂ ਕਿਉਂ ਨਹੀਂ ਕਹਿ ਰਿਹਾ। ਜਿਸ ਤਰ੍ਹਾਂ ਮੂਸਾ ਦੇ ਸਮੇਂ ਉਸਨੇ ਕਿਹਾ, ਮੈਂ ਜੋ ਹਾਂ ਸੋ ਹਾਂ, ਪਰ ਅੱਜ ਉਸਨੇ ਹਮ ਕਿਹਾ। ਕਿਉਂ ਕਿਹਾ? ਜਦੋਂ ਪਰਮੇਸ਼ਰ ਨੇ ਇਨਸਾਨ ਨੂੰ ਬਣਾਉਣਾ ਸੀਗਾ। ਇੱਥੇ ਜਿਹੜਾ ਹਮ ਸ਼ਬਦ ਹੈ, ਇਹ 3 ਚੀਜ਼ਾਂ ਨੂੰ ਦਰਸਾਉਂਦਾ ਆ, 3 ਪਰਸਨੈਲਿਟੀਆਂ ਨੂੰ ਦਰਸਾਉਂਦਾ, 3 ਵਿਅਕਤੀਗਤ ਰੂਪ ਨੂੰ ਦਰਸਾਉਂਦਾ ਆ। 3 ਚੀਜ਼ਾਂ ਨੂੰ ਜਿਹੜਾ ਹਮ शब्द है, परमेश्वर ने कहा हम मनुष्य को अपने स्वरूप के अनुसार अपनी समानता में बनाए। परमेश्वर ने की कहा, इंसान नूं, मनुष्य नूं। जदों परमेश्वर ने आदम नूं बनाउण दे लई सोचिया, ठीक है, किन्ने जाणियां ने सोचिया? 3 जाणियां ने। हम शब्द आया, 3 जाणे है कौन सीगे? सब तो पहला परमेश्वर सीगा, ते दूसरा पर्सन, क्योंकि जिहड़ा परमेश्वर ट्रिनिटी आ, वो पिता, पुत्र ते पवित्र आत्मा आ। इत्थे 3 चीज़ों का जिक्र आंदा है। हम, पिता भी सीगा, ते पुत्र भी सीगा, ते पवित्र आत्मा भी सीगा। हालेलुया। जिहड़ा इत्थे हम शब्द यूज हुंदा, ते हम दे जिहड़े 3 मतलब है, पिता, पुत्र, पवित्र आत्मा। पिता कौन है, पुत्र कौन है, ते पवित्र आत्मा कौन है? 3 परसनैलिटियां का जिक्र किया है। क्योंकि यीशु मसीह
जगत ਦੇ ਵਿੱਚ 2000 ਸਾਲ ਪਹਿਲਾਂ ਆਏ ਆ, 2020 ਸਾਲ ਪਹਿਲਾਂ ਉਹ ਸਰੀਰ ਦੇ ਰੂਪ ਦੇ ਵਿੱਚ ਆਏ, ਪਰ ਆਤਮਾ ਦੇ ਵਿੱਚ ਕੀ ਸੀਗੇ? ਪਹਿਲੇ ਸੀਗੇ ਸਵਰਗ ਦੇ ਵਿੱਚ। ਬਾਈਬਲ ਕਹਿੰਦੀ ਆ ਕਿ ਸ਼ਬਦ ਦੇਹਧਾਰੀ ਹੋਇਆ ਆ। ਹਾਲੇਲੂਇਆ। ਜਿਹੜਾ ਸ਼ਬਦ ਸੀਗਾ ਉਹ ਪਰਮੇਸ਼ਰ ਸੀਗਾ। ਜਿਹੜਾ ਪਰਮੇਸ਼ਰ ਸੀਗਾ ਤੇ ਉਹਦੇ ਤਿੰਨ ਸਰੂਪ ਸੀਗੇ। ਕੀ ਸੀਗੇ? ਪਰਮੇਸ਼ਰ ਸੀਗਾ ਨੰਬਰ 1, ਦੂਸਰਾ ਸੀਗਾ ਸ਼ਬਦ ਜਿਹਨੂੰ ਯਿਸੂ ਮਸੀਹ ਕਹਿੰਦੇ ਆ, ਤੇ ਤੀਸਰਾ ਕੌਣ ਸੀਗਾ? ਪਵਿੱਤਰ ਆਤਮਾ, ਹੋਲੀ ਸਪਿਰਿਟ। ਪਰਮੇਸ਼ਰ ਦਾ ਆਤਮਾ, ਪਵਿੱਤਰ ਆਤਮਾ, ਇਹ ਤਿੰਨ ਚੀਜ਼ਾਂ ਟ੍ਰਿਨਿਟੀ ਆ। ਤੇ ਜਿਹੜਾ ਪਰਮੇਸ਼ਰ ਹੈ ਉਹਦੇ ਮੂੰਹ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਆ, ਵਰਡ ਨਿਕਲਦੇ ਆ, ਸ਼ਬਦ ਨਿਕਲਦੇ ਆ, ਉਹ ਸ਼ਬਦ ਕੀ ਆ? ਉਹ ਆਵਾਜ਼ ਕੀ ਆ? ਉਹ ਯਿਸੂ ਮਸੀਹ ਆ। ਪਰਮੇਸ਼ਰ ਹੈ, ਪਰਮੇਸ਼ਰ ਬੈਠਾ ਆ, ਮੂੰਹ ਦੇ ਵਿੱਚ ਆਵਾਜ਼ ਨਿਕਲ ਰਹੀ ਆ, ਉਹ ਆਵਾਜ਼ ਕੀ ਆ? ਯਿਸੂ ਮਸੀਹ ਆ। ਤੇ ਪਰਮੇਸ਼ਰ ਦਾ ਆਤਮਾ ਜਿਹੜਾ ਬਾਈਬਲ ਉਤਪਤੀ 1 ਜਾਂ 1 ਦੀ ਦੂਸਰੀ ਆਇਤ ਵਿੱਚ ਪਰਮੇਸ਼ਰ ਆਤਮਾ ਪਾਣੀ ਉੱਤੇ ਮੰਡਰਾਉਂਦਾ ਸੀ। ਆਤਮਾ ਕੀ ਆ? ਪਰਮੇਸ਼ਰ ਦਾ ਆਤਮਾ, ਪਵਿੱਤਰ ਆਤਮਾ। ਇਹ ਤਿੰਨ ਚੀਜ਼ਾਂ ਇਕੱਠੀਆਂ ਆ ਤੇ ਕੰਮ ਕਰ ਰਹੇ ਆ, ਪਿਤਾ, ਪੁੱਤਰ, ਪਵਿੱਤਰ ਆਤਮਾ। ਹਾਲੇਲੂਇਆ। ਜਦੋਂ ਪਿਤਾ ਕੰਮ ਕਰਦਾ ਆ ਉਦੋਂ ਪੁੱਤਰ ਕੰਮ ਨਹੀਂ ਕਰਦਾ, ਜਦੋਂ ਪੁੱਤਰ ਕੰਮ ਕਰਦਾ ਆ ਉਦੋਂ ਪਵਿੱਤਰ ਆਤਮਾ ਨਹੀਂ ਕੰਮ ਕਰਦਾ। ਪਹਿਲਾ ਯੁੱਗ ਕਿਹੜਾ ਸੀਗਾ? ਪਰਮੇਸ਼ਰ ਦਾ ਯੁੱਗ ਸੀਗਾ, ਪਿਤਾ ਦਾ ਯੁੱਗ ਸੀਗਾ। ਫਿਰ ਉਹਦੇ ਬਾਅਦ ਪੁੱਤਰ ਆਇਆ। ਜਦੋਂ ਪੁੱਤਰ ਆਇਆ ਤਾਂ ਪਿਤਾ ਸ਼ਾਂਤ ਰਿਹਾ, ਪੁੱਤਰ ਕੰਮ ਕਰਦਾ ਰਿਹਾ। ਜਦੋਂ ਪੁੱਤਰ ਚਲਾ ਗਿਆ ਸਵਰਗ ਦੇ ਵਿੱਚ, ਯਿਸੂ ਮਸੀਹ ਚਲਾ ਗਿਆ, ਤਾਂ ਪਵਿੱਤਰ ਆਤਮਾ ਆ ਗਿਆ। ਹਾਲੇਲੂਇਆ। ਤੇ ਇਸ ਗੱਲ ਇਸ ਇਹ ਜਿਹੜਾ ਹਮ ਹੈ ਇਸ ਲਈ ਸ਼ਬਦ ਹੋਇਆ ਕਿ ਇਸਤੇਮਾਲ ਇੱਥੇ ਹੋਇਆ ਸ਼ਬਦ ਕਿ ਇੱਥੇ ਇੱਕ ਤੋਂ ਜ਼ਿਆਦਾ ਪਰਸਨ ਸੀਗੇ ਕਿ ਪਿਤਾ, ਪੁੱਤਰ, ਪਵਿੱਤਰ ਆਤਮਾ ਨੇ ਕੀ ਕੀਤਾ? ਡਿਸਾਈਡ ਕੀਤਾ ਇਨਸਾਨ ਨੂੰ ਆਪਣੇ ਸਰੂਪ ਤੇ। ਸਭ ਤੋਂ ਪਹਿਲਾਂ ਪਰਮੇਸ਼ਰ ਕਹਿੰਦਾ ਕਿ ਕਾਹਦੇ ਉੱਤੇ ਬਣਾਉਂਗਾ ਮੈਂ? ਆਪਣੇ ਸਰੂਪ ਤੇ। ਬਹੁਤ ਸਾਰੇ ਲੋਕ ਕਹਿੰਦੇ ਪਰਮੇਸ਼ਰ ਤਾਂ ਆਤਮਾ ਆ, ਆਤਮਾ ਦਾ ਸਰੂਪ ਨਹੀਂ ਹੁੰਦਾ ਹੈਗਾ, ਪਰ ਇੱਥੇ ਕਹਿੰਦਾ ਪਰਮੇਸ਼ਰ ਕਹਿੰਦਾ मैं अपने स्वरूप के अनुसार अपनी समानता में बनाऊंगा। ਇਹਦਾ ਮਤਲਬ ਕੀ ਆ? ਪਰਮੇਸ਼ਰ ਦਾ ਸਰੂਪ ਹੈਗਾ ਆ, ਪਰਮੇਸ਼ਰ ਦੀ ਸ਼ਕਲ ਹੈਗੀ ਆ, ਪਰਮੇਸ਼ਰ ਦਾ ਸਾਰਾ ਕੁਝ ਹੈਗਾ। ਜਿਸ ਤਰ੍ਹਾਂ ਅਸੀਂ ਸਾਡਾ ਸਾਰਾ ਕੁਝ ਹੈਗਾ, ਹੱਥ ਪੈਰ ਬਾਹਾਂ। ਬਹੁਤ ਸਾਰੇ ਬਾਈਬਲ ਨੂੰ ਬਿਆਨ ਕਰਨ ਵਾਲੇ ਇਸ ਤਰ੍ਹਾਂ ਕਹਿੰਦੇ ਆ ਕਿ ਜਿਹੜਾ ਹੈ ਨਾ ਪਰਮੇਸ਼ਰ ਆਤਮਾ ਆ ਉਹ ਨਿਰਾਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈਗਾ। ਜੇ ਉਹਦਾ ਆਕਾਰ ਨਹੀਂ ਹੈਗਾ ਫਿਰ ਉਹਨੇ ਸਾਨੂੰ ਆਪਣੇ ਆਕਾਰ ਤੇ ਕਿੱਦਾਂ ਬਣਾ ਦਿੱਤਾ, ਆਪਣੇ ਸਰੂਪ ਤੇ ਕਿੱਦਾਂ ਬਣਾ ਦਿੱਤਾ? ਫਿਰ ਅਸੀਂ ਇਸ ਗੱਲ ਦਾ ਜ਼ਿਕਰ ਕਿੱਦਾਂ ਕਹਿੰਦੇ ਆ ਕਿ ਜੀ ਜਿਹੜਾ ਕੋਈ ਵੀ ਇਨਸਾਨ ਹੈ ਪਰਮੇਸ਼ਰ ਦੇ ਸਰੂਪ ਤੇ ਹੈ। ਹਾਲੇਲੂਇਆ। ਪਰਮੇਸ਼ਰ ਦਾ ਸਰੂਪ ਹੈ, ਪਰਮੇਸ਼ਰ ਦੀ ਸਮਾਨਤਾ ਹੈ। ਸਮਾਨਤਾ ਕੀ ਹੁੰਦੀ ਆ? ਸਮਾਨਤਾ ਕੀ ਹੈ? ਸੇਮ ਟੂ ਸੇਮ ਸਮਾਨਤਾ। ਇੱਕ ਆਪਾਂ ਓਰੀਜਨਲ ਚੀਜ਼ ਲੈਂਦੇ ਹਾਂ ਤੇ ਫੋਟੋ ਕਾਪੀ ਕਰਾ ਲੈਂਦੇ ਹਾਂ। ਸਮਾਨਤਾ ਦੇ ਵਿੱਚ ਜੋ ਚੀਜ਼ ਇਸ ਕਾਗਜ਼ ਤੇ ਲਿਖਿਆ ਵਾ ਆ, ਜੋ ਇਹ ਲਿਖਿਆ ਵਾ ਆ, ਅਗਰ ਇਹਦੀ ਫੋਟੋ ਸਟੇਟ ਕਰਾਉਂਗੇ ਉਹੀ ਚੀਜ਼ ਉੱਥੇ ਲਿਖੀ ਹੋਊਗੀ। ਉਹ ਕੀ ਆ? ਸੇਮ ਹੈ, ਸਮਾਨ ਹੈ, ਇੱਕ ਬਰਾਬਰ ਹੈ। ਹਾਲੇਲੂਇਆ। ਇਸੇ ਲਈ ਪਰਮੇਸ਼ਰ ਕੀ ਕਹਿੰਦਾ ਆ? मैं इंसान को करूँगा अपने स्वरूप के अनुसार अपनी समानता में बनाऊंगा। समानता में बनाए। हालेलुया। बनाऊंगा भी क्या? बनाए। तीन जाने मिलके बना रहे हैं। हालेलुया। पिता, पुत्र ते पवित्र आत्मा। हालेलुया। हुण जिहड़ा इंसान है, जदों इंसान बनिया ते उहदे विच पवित्र आत्मा का बहुत बड़ा रोल है। सब तो पहला असीं देखांगे जिहड़ा इंसान है वो बनिया किद्दां आ। हालेलुया। कि बनिया किद्दां आ, देखना है कि इंसान बनिया किद्दां आ। जदों परमेश्वर ने ये डिसाइड कर लिया कि मैं इंसान नूं अपने स्वरूप ते, अपनी छवि ते, अपनी समानता ते, अपने वर्गा बनावांगा, तां परमेश्वर ने की कीता कि परमेश्वर ने अपने विचों की कीता? अपनी सूरत ते, अपनी समानता ते, अपनी शक्ल ते। अज बच्चा पैदा होंदा है वो अपने माता पिता ते पैदा होंदा है, ते वो अपना जिहड़ा बच्चा होंदा अपने माता पिता वर्गा ही होंदा है। उन्हां दे जिहड़े नैन नक्श होंदे आ उहदे माता पिता या माता या पिता दे नाल मिलदे हुंदे आ। हालेलुया। इसे तरह परमेश्वर ने की कीता? जदों परमेश्वर ने डिसाइड किया, पिता, पुत्र, पवित्र आत्मा ने डिसाइड किया कि इंसान नूं काते बनाइए, असी अपने वर्गा बनाइए, तां उत्थे जिहड़ा इंसान है वो दो रीति दे नाल बनिया गया है। हालेलुया। दो रीतियां दे नाल बनिया गया। दूसरी एक रीति तो सानूं पता आ
कि ਅਸੀਂ ਬਾਈਬਲ ਪੜ੍ਹਦੇ ਹਾਂ, ਪਰਮੇਸ਼ਰ ਦਾ ਵਚਨ ਕਹਿੰਦਾ ਆ कि ਜਦੋਂ ਅਸੀਂ 2 ਦੀ ਉਤਪਤ 2 ਦੀ 7 ਪੜ੍ਹਦੇ ਹਾਂ ਤਾਂ ਉੱਥੇ परमेश्वर ਕਿਹਾ तब यहोवा परमेश्वर ने आदम को भूमि की मिट्टी से रचा और उनके नथनों में जीवन का श्वास फूक दिया। सानू इस गल का पता है कि परमेश्वर ने सानू मतलब आदम नू एक कातों बनाया, मिट्टी का पुतला बना लिया, एक मिट्टी का पुतला बना लिया। इस गल का सानू पता है कि परमेश्वर ने मिट्टी ली, उन्होंने की किया गुन्निया ते की किया उन्होंने मतलब पुतला बनाया, पानी पाया, गुन्निया मतलब उसका ढांचा बना दिता। की बनाया ढांचा जो अज इंसान का हैगा वो पुतले के की सीगे 2 पैर सीगे, 2 बाहां सीगियां, हत्थां दीयां उंगलियां सीगियां, बुल सीगे, नक सीगा, कन सीगे, अखां सीगियां, जो शरीर दे विच साडे जिन्ने भी अंग आ सारे सीगे, दिमाग भी सीगा उहदा। एक पुतला आ, उहदे सारियां चीज़ां अख भी, नक भी, कन भी, दिमाग है। परमेश्वर ने पुतला बना लिया। इस सानू घटना का पता आ कि परमेश्वर ने अपने स्वरूप उत्ते बना लिया, पर एक सानू गल का पता नहीं हैगा। अज असीं उस गल नूं सिखांगे। परमेश्वर ने जदों कहा कि मैं अपनी छवि ते, अपनी सूरत ते, अपनी समानता ते बनाया, परमेश्वर ने सब तो पहला पुतला बनाने तो पहला की कीता, उन्हें अपनी आत्मा तो लिया। अपनी आत्मा दे विचों की लिया? आत्मा लई, छोटा अंश लिया। परमेश्वर आत्मा आ, अपनी आत्मा का एक हिस्सा लिया। हालेलुया, हिस्सा लिया, अपनी आत्मा दे विच हिस्सा लिया। की लिया? उस आत्मा नूं की कर दिता? स्वरूप दे दिता, शक्ल दे दी, समानता दे दी। किहड़ी? अपनी। परमेश्वर ने सब तो इंसान नूं शरीर बनाने तो पहला आत्मा दे विच बनाया, उहनूं एक आत्मा तैयार की। आत्मा किहड़ी सीगी? आत्मा दे 2 अखां सीगियां, 2 हत्थ सीगे, 2 पैर सीगे, 2 एक नक सीगा, 2 कन सीगे, उहदे दिमाग भी सीगा, दिल भी सीगे, दंद भी सीगे, बुल भी सीगे, बाल भी सीगे। एक आत्मा तैयार की परमेश्वर ने। हालेलुया। जदों आत्मा तैयार कर लई परमेश्वर ने, सारा कुछ अपनी शक्ल के अनुसार, अपनी सूरत के अनुसार, अपनी समानता के अनुसार परमेश्वर ने आत्मा तैयार कर ली। फिर परमेश्वर ने की किया? फिर परमेश्वर ने मिट्टी लई, उसनूं गुन्निया, उस तो एक पुतला तैयार किया। इत्थे 2 परसन हो गए तैयार, एक बुत तैयार हो गया, एक स्पिरिट तैयार हो गई। हालेलुया। फिर की कीता? परमेश्वर ने इन्हां नूं मिलाना चाहया कि की होवे? आदम की होवे? जिउंदी जान बन जाए। क्योंकि जदों आदम का बुत बन गया सीगा, वो बुत तां चल फिर नहीं सीगा सकदा। पर परमेश्वर ने की कीता कि जिहड़ी आत्मा बनाई हुई सी अपनी छवि ते, अपनी सूरत ते सेम उधर बुत सीगा, उन्हां दोनों नूं एक करना सीगा। जिस तरह तुहाडे अंदर की आ, एक तुहाडे कोल बॉडी है, एक की आ स्पिरिट है, आत्मा है, एक तुहाडे कोल अपना आत्मा। इदां ही परमेश्वर ने की बनाया? एक बॉडी बनाई मिट्टी तो, एक की बनाई? आत्मा बनाई। सेम जो आकार इहदा सी, वही आकार उस आत्मा दा सी, सेम सी। जो देखण वो सी, जब वही बुत सी। परमेश्वर ने की किया? फिर की होया? जदों परमेश्वर ने क्या किया? जदों 2 की 7 में पढ़ते हैं तो लिखा? यहोवा परमेश्वर ने आदम को भूमि की मिट्टी से रचा और उनके नथनों में जीवन का श्वास फूक दिया। हालेलुया। परमेश्वर ने की किया कि जदों आदम मिट्टी का बन गया, आत्मा बन गई, तो इनू जिहड़ा जोड़न का काम सी वो किद्दां होया? इन्हां एक मिक्स करन का काम किद्दां होया? हालेलुया। ये काम इदां होया कि जदों परमेश्वर ने बोलिया, जिथे अगे लिखा हुआ कि परमेश्वर ने नथनों में जीवन का श्वास फूका। हालेलुया। फूक दिया। परमेश्वर ने किया? फूकना। फूक का मतलब की है? फूक इत्थे फूक शब्द का इस्तेमाल होया। फूकण का जिहड़ा साडी मतलब साह आ, साह का इस्तेमाल होया। फूक का इस्तेमाल होया। फूक किस चीज़ नूं दर्शांदी है? जिहड़ी फूक है वो पवित्र आत्मा नूं दर्शांदी है। हालेलुया। इत्थे पवित्र आत्मा का जिक्र होया। पवित्र आत्मा असीं सिख रहे हैं, पवित्र आत्मा क्यों होया? इत्थे पवित्र आत्मा जिहड़ा फूक है वो पवित्र आत्मा आ। हालेलुया।
ਜਦੋਂ ਅਸੀਂ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਬਾਈਬਲ ਦੇ ਵਿੱਚੋਂ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਦੇਖਦੇ ਹਾਂ, ਜਦੋਂ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠਦਾ ਤੇ ਆਪਣੇ ਚੇਲਿਆਂ ਉੱਤੇ ਪ੍ਰਗਟ ਕਰਦਾ, ਜਦੋਂ ਯੋਹੰਨਾ ਦੀ ਇੰਜੀਲ ਉਹਦਾ 20ਵਾਂ ਅਧਿਆਇ ਉਹਦੀ 22 ਆਇਤ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਵਾ, ਮੈਂ ਪੜ੍ਹ ਕੇ ਦੱਸ ਰਿਹਾ ਤੁਹਾਨੂੰ। ਯਿਸੂ ਮਸੀਹ ਆਪਣੇ ਚੇਲਿਆਂ ਨੂੰ ਸਭ ਤੋਂ ਪਹਿਲਾਂ 21 ਆਇਤ ਵਿੱਚ ਕਹਿੰਦਾ ਤੁਹਾਨੂੰ ਸ਼ਾਂਤੀ ਮਿਲੇ, ਕਹਿੰਦਾ ਜਿੱਦਾਂ ਪਿਤਾ ਨੇ ਮੈਨੂੰ ਭੇਜਿਆ ਮੈਂ ਤੁਹਾਨੂੰ ਭੇਜਦਾ ਹਾਂ। ਤੇ 22 ਆਇਤ ਵਿੱਚ ਕੀ ਕਹਿੰਦਾ जय कहकर उसने उन पर फूंका और उन्हें कहा पवित्र आत्मा लो। यीशु मसीह ने की फूकिया, फूक का मतलब की है पवित्र आत्मा। ते इत्थे भी पवित्र आत्मा उत्पत्ति दे विच जदों परमेश्वर ने आदम नूं बनाया उहदे विच की कीता, पवित्र आत्मा फूकिया। जदों पवित्र आत्मा गया, जिहड़ा शरीर सीगा, बॉडी सीगी मतलब मिट्टी दी, ते उसदे विच परमेश्वर दा एक आत्मा, परमेश्वर दा आत्मा सी, ते जिहड़ा आत्मा परमेश्वर ने अपनी छवि ते तैयार कीता सीगा, पवित्र आत्मा ने की कीता, वो पवित्र आत्मा आया, पवित्र आत्मा ने उस आत्मा नूं इंसान दी बॉडी दे अंदर कर दिता ते आदम जिहड़ा सीगा जूंदी जान बन गया। आमीन, हालेलुया। आदम चलण फिरन लग गया, साह लैन लग गया। इस तरह इंसान जिहड़ा आ वो बनिया पहला। हालेलुया। जदों आदम बन के तैयार हो गया तां परमेश्वर उसदे विच तीन चीज़ां सीगियां। सब तो पहला बॉडी सीगी, जदों पवित्र आत्मा ते आत्मा दूसरा आत्मा आ गया तां की हो गया, तीन चीज़ां बन गईयां। आदम मिट्टी दा आदम बॉडी को शरीर आ गया, उसके बाद उसका आत्मा आ गया, उसके बाद तीसरे नंबर ते पवित्र आत्मा उसदे विच आ गया। हालेलुया। जदों आदम ਨੂੰ परमेश्वर ने बनाया तो उस तीन चीज़ां बन गई, तीन चीज़ां उस काम कर लग पईयां। तो परमेश्वर ने की कीता, उस नूं अदन दे बाग दे विच रखिया। हालेलुया। ये जिहड़ा पवित्र आत्मा आ जो यीशु मसीह ने फूकिया आ, फूक का मतलब है पवित्र आत्मा। पवित्र आत्मा इसलिए आया कि एक करन दे लई, शरीर ते आत्मा नूं एक करन दे लई। जदों पवित्र आत्मा आ गया, इंसान बोलण आ पिया, आदम बोलण आ पिया, फिर की होया, जो बाग दे विच रख दिता परमेश्वर ने, अदन दे बाग दे विच रख दिता। जदों उसने पाप किया, उस घटना नूं तुसीं जाणदे हो चंगी तरह, जदों उन्हें शैतान के बहकावे दे नाल पाप किया तां की हो गया, उत्थे जिहड़ा परमेश्वर ने आदम नूं बनाया सीगा उसदे विच तीन चीज़ां सीगियां, बॉडी, उसकी आत्मा, पवित्र आत्मा। जदों उसने पाप कर लिया, गलती कर ली, उसदे विच दो चीज़ां रह गईयां ते एक चीज़ चल गई सी। वो किहड़ी सी? पवित्र आत्मा सीगा, वो चला गया सीगा। हालेलुया। फिर आदम कल्ला रह गया। की रह गया? उसदे कोल शरीर रह गया ते उहदी अपनी आत्मा रह गई। पवित्र आत्मा उहदे विचों चला गया सीगा। हालेलुया। जदों आदम दे अंदर पवित्र आत्मा सी, वो परमेश्वर दे स्वरूप, परमेश्वर के सुभाव दे विच चलदा जांदा सीगा। उहनूं पाप दे बारे पता नहीं सीगा, वो उसदे विच तेज आंदा सीगा, परमेश्वर का नेचर उसदे विच सीगा। परमेश्वर के वरदान, पवित्र आत्मा दियां आत्मिक 9 दिनों फल, वरदान, प्रेम, आनंद, शांति, सारा कुछ सी। हालेलुया। जदों पवित्र आत्मा उसदे विच सी तां उस तो पहलां वो बाइबल च इस तरह किते नहीं है कि उसने प्रार्थना की, ये कोई जिक्र नहीं आया, धन्नवाद का कोई जिक्र नहीं आ रहा है। हालेलुया। ते परमेश्वर की समानता ते जदों सीगा, जदों पवित्र आत्मा उसदे विचों निकल गया, वो दो जाने रह गए, शरीर रह गया ते उसकी आत्मा रह गई। जदों पवित्र आत्मा निकल गया तो जदों आदम ने पाप किया तो उस तो बाद उसने की कहा कि मैं की हाँ, नंगा हाँ, बिना कपड़ियां तो मैं, उसने कहा। जदों परमेश्वर उसनूं मिलना है, कहना मैं नंगा हाँ। उस तो पहला भी वो बाग दे विच बिना कपड़ियां तो रहिंदा सी, नंगा रहिंदा सीगा, पर वो अपने आप नूं इस तरह कदे महसूस नहीं करता सीगा। जदों उसके अंदर वो पवित्र आत्मा रिमूव हो गया, चला गया, तां की होया, वो अपने आप नूं नंगा महसूस करना पिया, उसनूं शर्म आण लग पई अपने शरीर तो, वो संगण आ पिया। दोनों पति पत्नी उस तो पहला वो नंगे सीगे, नहीं संगदे सी, पर पवित्र आत्मा जो चला गया, पवित्र आत्मा दे वरदान सारा कुछ चले गए। उसकी जगह की आ गया? शैतान आ गया।
शैतान ने अपना काम करना शुरू कर दिता, शैतानी सुभाव आ गया। हालेलुया। ਜਦੋਂ ਇਨਸਾਨ ਪਰਮੇਸ਼ਰ ਨੇ ਬਣਾਇਆ ਉਸ ਦੇ ਵਿੱਚ ਤਿੰਨ ਚੀਜ਼ਾਂ ਨੂੰ ਬਣਾਇਆ ਸੀਗਾ, ਪਰ ਅੱਜ ਪਵਿੱਤਰ ਆਤਮਾ ਆਦਮ ਨੇ ਗਵਾ ਲਿਆ ਸੀਗਾ। ਉਹ ਪਵਿੱਤਰ ਆਤਮਾ ਜੋ ਆਦਮ ਨੂੰ ਚਲਾਉਂਦਾ ਸੀਗਾ, ਜੋ ਆਦਮ ਨੂੰ ਪਵਿੱਤਰਤਾ ਹੀ ਦਿੰਦਾ ਸੀਗਾ, ਜੋ ਗਾਈਡ ਕਰਦਾ ਸੀਗਾ, ਉਹ ਆਤਮਾ ਕੀ ਹੋ ਗਿਆ ਸੀਗਾ? ਰਿਮੂਵ, ਚਲਾ ਗਿਆ। ਹਾਲੇਲੂਇਆ। ਜਦੋਂ ਯਿਸੂ ਮਸੀਹ 2020 ਸਾਲ ਪਹਿਲਾਂ ਇਸ ਧਰਤੀ ਉੱਤੇ ਆਏ, ਮਾਰੇ ਗਏ, ਦੱਬੇ ਗਏ, ਮੁਰਦਿਆਂ ਦੇ ਵਿੱਚੋਂ ਜੀ ਉੱਠੇ ਤੇ ਜੀ ਉੱਠਣ ਤੋਂ ਬਾਅਦ ਸਵਰਗ ਦੇ ਵਿੱਚ ਗਏ ਤੇ ਪੈਂਟੀਕੋਸਟ ਵਾਲੇ ਦਿਨ ਸਦਾ ਸਦਾ ਲਈ ਪਵਿੱਤਰ ਆਤਮਾ ਉਡੇਲ ਦਿੱਤਾ ਗਿਆ। ਉਹ ਪਵਿੱਤਰ ਆਤਮਾ ਕਿਉਂ ਉਡੇਲਿਆ ਗਿਆ? ਕਿ ਜਿਹੜਾ ਆਦਮ ਕੀ ਸੀ? ਦੋ ਰਹਿ ਗਏ ਸੀਗੇ, ਸਰੀਰ ਰਹਿ ਗਿਆ ਸੀਗਾ, ਆਤਮਾ ਰਹਿ ਗਈ ਸੀ ਤੇ ਉਹਦੇ ਵਿੱਚੋਂ ਪਵਿੱਤਰ ਆਤਮਾ ਤਾਂ ਚਲੇ ਗਿਆ ਸੀਗਾ। ਪਵਿੱਤਰ ਆਤਮਾ ਪੈਂਟੀਕੋਸਟ ਵਾਲੇ ਦਿਨ ਇਸ ਲਈ ਆਇਆ ਕਿ ਉਹ ਆਦਮ ਕੀ ਹੋਵੇ, ਫਿਰ ਤੋਂ ਕੀ ਹੋ ਜਾਵੇ? ਇੱਕ ਹੋ ਜਾਵੇ। ਪਵਿੱਤਰ ਆਤਮਾ ਉਹਦੇ ਅੰਦਰ ਆ ਜਾਵੇ। ਅੱਜ ਪਵਿੱਤਰ ਆਤਮਾ ਆਦਮ ਦੇ ਅੰਦਰ ਰਹਿਣ ਦੇ ਲਈ, ਤੁਹਾਡੇ ਅੰਦਰ ਰਹਿਣ ਦੇ ਲਈ, ਮੇਰੇ ਅੰਦਰ ਰਹਿਣ ਦੇ, ਆਦਮ ਦਾ ਮਤਲਬ ਤੁਸੀਂ ਤੇ ਮੈਂ, ਰਹਿਣ ਦੇ ਲਈ ਆਇਆ। ਹਾਲੇਲੂਇਆ। ਉਸ ਪਰਮੇਸ਼ਰ ਦੀ ਜਿਹੜੀ ਆਦਿ ਦੇ ਵਿੱਚ ਜੋ ਅਸੀਂ ਦੇਖਿਆ, ਪਰਮੇਸ਼ਰ ਨੇ ਆਤਮਾ ਬਣਾਈ ਪਹਿਲਾਂ, ਉਸ ਤੋਂ ਬਾਅਦ ਸਰੀਰ ਬਣਾਇਆ ਤੇ ਪਵਿੱਤਰ ਆਤਮਾ ਦੋਨਾਂ ਨੂੰ ਇਕੱਠੇ ਕੀਤਾ। ਤੇ ਅੱਜ ਪਰਮੇਸ਼ਰ ਉਹੀ ਕਿਰਿਆ ਨੂੰ, ਪਰਮੇਸ਼ਰ ਦਾ ਵਚਨ ਤਾਂ ਹੀ ਕਹਿੰਦਾ ਕਿ ਮੈਂ ਤੈਨੂੰ ਫਿਰ ਤੋਂ ਨਵਾਂ ਬਣਾਵਾਂਗਾ। ਹਾਲੇਲੂਇਆ। ਫਿਰ ਤੋਂ ਤੈਨੂੰ ਨਵਾਂ ਜਨਮ ਦੇਵਾਂਗਾ। ਨਵੇਂ ਜਨਮ ਦਾ ਮਤਲਬ ਕੀ ਹੈ? ਪਵਿੱਤਰ ਆਤਮਾ ਦਾ ਆਉਣਾ। ਹਾਲੇਲੂਇਆ। ਪਵਿੱਤਰ ਆਤਮਾ ਇਸ ਲਈ ਆਇਆ। ਆਮੀਨ। ਜਦੋਂ ਪਵਿੱਤਰ ਆਤਮਾ ਆਇਆ ਪੈਂਟੀਕੋਸਟ ਵਾਲੇ ਦਿਨ, ਕਿੱਥੇ ਆਇਆ? ਉਹ ਬਾਹਰ ਨਹੀਂ ਆਇਆ ਹੈਗਾ, ਅੰਦਰ ਆਇਆ। ਪਵਿੱਤਰ ਆਤਮਾ ਦਾ ਜਿਹੜਾ ਮੰਦਰ ਹੈ ਤੁਹਾਡਾ ਕੀ ਹੈ? ਸਰੀਰ ਹੈ। ਇਹ ਬੋਡੀ ਨੂੰ ਪਰਮੇਸ਼ਰ ਨੇ ਆਪਣੇ ਰਹਿਣ ਦਾ ਘਰ ਬਣਾ ਲਿਆ, ਪਵਿੱਤਰ ਆਤਮਾ ਦੇ ਰਹਿਣ ਦਾ ਸਥਾਨ ਬਣ ਗਿਆ। ਹਾਲੇਲੂਇਆ। ਪਵਿੱਤਰ ਆਤਮਾ ਜੋੜਨ ਦੇ ਲਈ ਆਇਆ। ਜਿਸ ਤਰ੍ਹਾਂ ਆਦਮ ਦੇ ਸਰੀਰ ਤੇ ਆਤਮਾ ਨੂੰ ਜੋੜਿਆ ਸੀਗਾ, ਅੱਜ ਜਦੋਂ ਇੱਕ ਇਨਸਾਨ ਕੋਈ ਵੀ ਚੀਜ਼ ਜੋੜਨੀ ਆ, ਅਗਰ ਲੱਕੜ ਵਾਲੇ ਮਿਸਤਰੀ ਨੇ, ਕਾਰਪੈਂਟਰ ਨੇ ਕੀ ਕਰਨਾ? ਪਲਾਈ ਨੂੰ ਜਾਂ ਸਰਮੈਕੇ ਨੂੰ ਲੱਕੜ ਦੇ ਨਾਲ ਜੋੜਨਾ, ਉਸ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦਾ ਇਸਤੇਮਾਲ ਹੁੰਦਾ, ਗੂੰਦ ਦਾ ਇਸਤੇਮਾਲ ਹੁੰਦਾ। ਉਹ ਕੀ ਜੋੜ ਕੇ ਰੱਖਦੀ ਹੈ। ਅਗਰ ਲੋਹੇ ਦੇ ਨਾਲ ਲੋਹਾ ਜੋੜਨਾ, ਉਸ ਦੇ ਵਿੱਚ ਇੱਕ ਤਾਰ ਜਿਹੀ ਜਾਂ ਬਿਲਡਿੰਗ ਪੈਂਦੀ ਹੈ, ਬਿਜਲੀ ਦੇ ਨਾਲ ਹੁੰਦੀ ਹੈ ਬਿਲਡਿੰਗ, ਉਹ ਬਿਲਡਿੰਗ ਜੋੜ ਕੇ ਰੱਖਦੀ ਹੈ। ਅਗਰ ਸਾਡੀ ਕੋਲ ਰਬੜ ਦੀ ਚੀਜ਼ ਟੁੱਟ ਜਾਵੇ, ਉਹਦੇ ਵਿੱਚ ਫੈਵੀਕੁੱਕ ਲਾ ਕੇ ਅਸੀਂ ਕੀ ਕਰਦੇ ਹਾਂ? ਜੋੜ ਦਿੰਦੇ ਹਾਂ। ਜਦੋਂ ਆਦਮ ਬਣਾਇਆ ਗਿਆ ਸੀਗਾ, ਸਰੀਰ ਤੇ ਉਹਦੀ ਆਤਮਾ, ਤੇ ਪਵਿੱਤਰ ਆਤਮਾ ਨੇ ਇਹਨੂੰ ਜੋੜ ਦਿੱਤਾ ਸੀਗਾ ਤੇ ਜੋੜ ਕੇ ਉਹਦੇ ਅੰਦਰ ਹੀ ਰਹਿ ਗਿਆ ਸੀਗਾ। ਹਾਲੇਲੂਇਆ। ਅੰਦਰ ਹੀ ਰਹਿ ਗਿਆ ਸੀਗਾ, ਬਾਹਰ ਨਹੀਂ ਗਿਆ ਸੀਗਾ। ਜਦੋਂ ਆਦਮ ਨੇ ਗਲਤੀ ਕੀਤੀ ਉਦੋਂ ਨਿਕਲ ਗਿਆ ਸੀਗਾ। ਫਿਰ ਪਵਿੱਤਰ ਆਤਮਾ ਪੈਂਟੀਕੋਸਟ ਵਾਲੇ ਦਿਨ ਆਇਆ ਸਦਾ ਸਦਾ ਦੇ ਲਈ। ਹਾਲੇਲੂਇਆ। ਸਦਾ ਸਦਾ ਦੇ ਲਈ ਰਹਿਣ ਦੇ ਲਈ ਆਇਆ। ਇਸ ਲਈ ਜਦੋਂ ਪਵਿੱਤਰ ਆਤਮਾ ਆਇਆ, ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ, ਪਵਿੱਤਰ ਆਤਮਾ ਮੈਂ ਤੁਹਾਨੂੰ ਦੇਵਾਂਗਾ ਸਹਾਇਕ ਦੇ ਰੂਪ ਦੇ ਵਿੱਚ। ਤੇ ਅੱਜ ਪਵਿੱਤਰ ਆਤਮਾ ਪੂਰੇ ਸੰਸਾਰ ਉੱਤੇ ਆ। ਪਵਿੱਤਰ ਆਤਮਾ ਇਸ ਕੰਮ ਦੇ ਲਈ ਆਇਆ। ਜੋ ਪਰਮੇਸ਼ਰ ਦੀ ਪਹਿਲਾਂ ਯੋਜਨਾ ਸੀ ਆਦਮ ਦੇ ਬਾਰੇ, ਜੋ ਸੀ, ਜੋ ਰਿਮੂਵ ਹੋ ਗਈ ਸੀ, ਤੀਸਰਾ ਪੁਆਇੰਟ ਨਿਕਲ ਗਿਆ ਸੀਗਾ, ਪਵਿੱਤਰ ਆਤਮਾ ਚਲਾ ਗਿਆ ਸੀ। ਉਹ ਪਵਿੱਤਰ ਆਤਮਾ ਨੂੰ ਫਿਰ ਤੋਂ ਵਾਪਸ ਲਿਆਉਣ ਆਉਣ ਦੇ ਲਈ, ਪਵਿੱਤਰ ਆਤਮਾ ਫਿਰ ਉਸੇ ਆਦਮ ਦੇ ਅੰਦਰ ਆਉਣ ਦੇ ਲਈ, ਪਵਿੱਤਰ ਆਤਮਾ ਫਿਰ ਮੇਰੇ ਅੰਦਰ ਆਉਣ ਦੇ ਲਈ ਆਇਆ। ਆਮੀਨ। ਅਗਲਾ ਪੁਆਇੰਟ ਜਿਹੜਾ ਆ, ਜਦੋਂ ਯਿਸੂ ਮਸੀਹ ਪਵਿੱਤਰ, ਅਸੀਂ ਦੇਖ ਰਹੇ ਹਾਂ ਪਵਿੱਤਰ ਆਤਮਾ ਦੇ ਕਿਉਂ ਆਇਆ। ਜਦੋਂ ਯਿਸੂ ਮਸੀਹ ਧਰਤੀ ਉੱਤੇ ਆਏ, ਉਹਨਾਂ ਨੇ ਆਪਣੇ ਕੰਮ ਨੂੰ ਪੂਰਾ ਕੀਤਾ, ਪਿਤਾ ਦੀ ਇੱਛਾ ਨੂੰ ਪੂਰਾ ਕੀਤਾ। ਤੁਸੀਂ ਜਾਣਦੇ ਹੋ ਵੀ ਪਿਤਾ ਦੀ ਇੱਛਾ ਨੂੰ ਯਿਸੂ ਮਸੀਹ ਦੇ ਜਨਮ ਤੋਂ ਲੈ ਕੇ ਜੀ ਉੱਠਣ ਤੱਕ, ਸਵਰਗ ਦੇ ਵਿੱਚ ਜਾਣ ਤੱਕ। ਜਦੋਂ ਯਿਸੂ ਮਸੀਹ ਨੇ ਉਸ ਰੋਲ ਨੂੰ ਅਦਾ ਕਰ ਲਿਆ, ਯਿਸੂ ਮਸੀਹ 40 ਦਿਨ ਧਰਤੀ ਉੱਤੇ ਰਿਹਾ, ਮੁਰਦਿਆਂ ਦੇ ਬਾਅਦ ਜੀ ਉੱਠਣ ਦੇ ਬਾਅਦ 40 ਦਿਨ ਰਿਹਾ ਇਸ ਧਰਤੀ ਉੱਤੇ। ਜਦੋਂ 40 ਦਿਨ ਇਸ ਧਰਤੀ ਉੱਤੇ ਰਿਹਾ, 40ਵੇਂ ਦਿਨ ਤੋਂ ਬਾਅਦ ਕਿਉਂ ਨਹੀਂ ਰਿਹਾ? ਯਿਸੂ ਮਸੀਹ ਰਹਿ ਸਕਦਾ ਸੀਗਾ ਧਰਤੀ ਉੱਤੇ। ਕਿਉਂ ਯਿਸੂ ਮਸੀਹ ਸਵਰਗ ਦੇ ਵਿੱਚ ਚਲਾ ਗਿਆ? ਕਿਉਂ ਉਹਨੇ ਪਵਿੱਤਰ ਆਤਮਾ ਨੂੰ ਹੀ ਦੇ ਦਿੱਤਾ? ਇਸ ਲਈ ਕਿਉਂਕਿ ਜਦੋਂ ਅਗਰ ਯਿਸੂ ਮਸੀਹ ਧਰਤੀ ਉੱਤੇ ਰਹਿੰਦਾ, ਯਿਸੂ ਮਸੀਹ ਅੱਜ ਤੱਕ ਵੀ ਰਹਿ ਸਕਦਾ ਸੀਗਾ, ਅੱਜ ਤੱਕ ਸਰੀਰ ਦੇ ਵਿੱਚ ਰਹਿ ਸਕਦਾ ਸੀਗਾ। ਉਹ ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਇੰਗਲੈਂਡ ਦੇ ਵਿੱਚ, ਹਰ ਦੇਸ਼ ਦੇ ਵਿੱਚ, ਸਪੇਨ ਦੇ ਵਿੱਚ, ਉਹ ਹਰ ਜਗ੍ਹਾ ਜਾ ਸਕਦਾ ਸੀ। ਯਿਸੂ ਮਸੀਹ ਸਵਰਗ ਵਿੱਚ ਕਿਉਂ ਚਲਾ ਗਿਆ? ਪਵਿੱਤਰ ਆਤਮਾ ਨੂੰ ਕਿਉਂ ਭੇਜ ਦਿੱਤਾ ਗਿਆ? ਉਹ ਇਸ ਲਈ ਯਿਸੂ ਮਸੀਹ ਸਵਰਗ ਦੇ ਵਿੱਚ ਗਿਆ। ਅਗਰ ਯਿਸੂ ਮਸੀਹ ਇਸ ਧਰਤੀ ਉੱਤੇ ਰਹਿੰਦਾ
अगर मान लो अज यीशु मसीह बलाचौर दे विच है तो यीशु मसीह की उपस्थिति बलाचौर इस कमरे दे विच होनी सी, जिथे होनी सी उन्हां लोकां दे विच होनी सी। अगर यीशु मसीह की उपस्थिति नूं दूजे पासे कोई इंग्लैंड दे विच जां अमेरिका दे विच जां फ्रांस दे विच कोई महसूस करना चाहता सीगा, यीशु मसीह नूं की करना पैना सीगा, उत्थे जाना पैना सीगा। मान लो जे चंडीगढ़ यीशु मसीह की लोड़ सी, यीशु मसीह नूं चल के जाना पैना सीगा। जे यीशु मसीह चंडीगढ़ चल जाते, मान लो यीशु मसीह चंडीगढ़ दे लोकां नूं यीशु मसीह की लोड़ सी, यीशु मसीह चंडीगढ़ चल जाते, बलाचौर दे लोग की करते, उस उपस्थिति का आनंद नहीं माण सकते सीगे, यीशु मसीह चल जाना सीगा। इतने मान लो किसी बाहर स्पेन कंट्री दे विच यीशु मसीह की लोड़ सी, यीशु मसीह इंडिया तो की करता स्पेन दे विच चला जाता, तो इंडिया के लोग की करते उसकी उपस्थिति को महसूस नहीं कर सकते थे। प्रभु यीशु मसीह ने इसलिए पवित्र आत्मा भेजिया कि की कर सके, हर समय उपस्थिति रह सके, इंडिया दे विच भी, स्पेन दे विच भी, इंग्लैंड दे विच भी, अमेरिका दे विच भी, फ्रांस दे विच भी, चंडीगढ़ दे विच भी, हर पासे मतलब की रह सके, एक ही टाइम ते उपस्थिति रह सके। अगर यीशु मसीह शरीर दे विच हुंदा, अगर उन्हें बलाचौर के रोगियों को चंगा करना है तो यीशु मसीह बलाचौर के रोगियों को चंगा कर सकता सीगा, उसे टाइम ते इंग्लैंड के रोगियों को किद्दां चंगा कर दिंदा, उन्होंने जाना पैंदा उत्थे। इसलिए पवित्र आत्मा आया कि एक टाइम ते, एक ही टाइम ते, एक ही मिनट ते, एक ही सेकंड ते वो चंडीगढ़ दे विच भी, अमेरिका दे विच भी, इंग्लैंड दे विच भी, फ्रांस दे विच भी, इंडिया दे विच भी, पाकिस्तान दे विच भी की कर सके, अपने कामां नूं कर सके, वो चंगाई नूं दे सके, आशीष नूं दे सके, छुटकारे नूं दे सके। यीशु मसीह इसलिए स्वर्ग दे विच चला गया कि पवित्र आत्मा इसलिए आया कि हर समय हर पल पवित्र आत्मा की उपस्थिति की रहे, बनी रहे। हालेलुया, हर समय बनी रहे। इसलिए यीशु मसीह रह सकता सीगा धरती पर, वो इसलिए नहीं रहा, कद लई कि मेरी उपस्थिति नूं हर कोई हर पल जिथे मैनू कोई पकारे की कर सके, महसूस कर सके। जो पवित्र आत्मा आया पूरे वर्ल्ड उत्ते छा गया, पूरे वर्ल्ड उत्ते, पूरे संसार उत्ते मंडला रहा पवित्र आत्मा। आदि दे विच परमेश्वर आत्मा पानियां उत्ते मंडलाउंदा सी, पूरे संसार उत्ते। अज भी परमेश्वर आत्मा पूरे संसार उत्ते मंडला रहा। की कर सको, हर समय मैं इत्थे बैठा उसकी उपस्थिति महसूस कर रहा, तुसीं जिथे भी बैठे आ उत्थे उसकी उपस्थिति महसूस कर सको। हालेलुया, पवित्र आत्मा इसलिए आया कि जोड़न दे लई। परमेश्वर इस सानूं छोटे ਜਿਹੇ बचन ते आशीष देवे। आओ मैं तुहाडे लई प्रार्थना करदा, अपनी अखां नूं बंद करो ते अपने दिलों के विच उस जिंदा परमेश्वर नूं याद करो। वो तुहानूं इस बचन ते आशीष देवे ते तुहाडी जिंदगी दे विच अपनी आत्मा नूं उडेले हो। राजा पा विंदा बरशक पवित्र आत्मा जी सुनने वालियां उत्ते तुहाडी वड्डी दया होवे, तुहाडा उपस्थिति, तुहाडा अनुग्रह, तुहाडी दया इन्हां उत्ते कार्य करे। मेरे परमेश्वर हर तरह की बीमारी, लाचारी, कमजोरी, अंधकार इन्हां दे जीवनां नूं छड्ड के रिमूव हो जाए इस समय यीशु नाम दे विच, यीशु नासरी दे नाम दे विच चली जाए इन्हां दे छड्ड नूं। हर अंतरां दी अंधकार दी शक्ति ये आवाज़ सुनदिया सारी, ये अभिषेक नूं लैंदिया सारी, इस सामर्थ नूं लैंदे सारी ही रिमूव हो जाए। हर बीमारी, हर दर्द, हर गठिया, हर तरह की प्रॉब्लम, कैंसर, एड्स, टीबी, सर्वाइकल, कोरोना वायरस वाले सुन वो भी ठीक हो जाए यीशु नासरी दे नाम दे विच। हालेलुया हो। राजा बाबा पवित्र आत्मा जी तुसीं संभालना, प्रभु यीशु नासरी दे नाम च मंगदे हां, आमीन। सारे जय मसीह दी। परमेश्वर तुहानूं इस वचन ते आशीष देवे। इस वीडियो नूं तुसीं अपने फ्रेंड्स दे नाल, अपने मसीही भैन भरावां नाल तुसीं शेयर कर सकदे हो। परमेश्वर तुहानूं बरकत देवे। सारे जय मसीह।